ਜੀਤੀ ਆਪਣੇ ਮਾਪਿਆਂ ਦੀ ਇਕੱਲੀ ਕੁੜੀ ਸੀ। ਉਸਦੇ ਮਾਪੇ ਤੇ ਉਹ ਆਪਣੇ ਮਾਪਿਆਂ ਦੇ ਸਾਹ ਹੀ ਸਾਹ ਭਰਦੀ ਸੀ ਤੇ ਹਰ ਉਸਦੀ ਜਿੱਦ ਜਾਂ ਬੋਲ ਉਸਦੇ ਬੋਲਣ ਤੋਂ ਪਹਿਲਾਂ ਹੀ ਪੁਗਾ ਦਿੱਤੇ ਜਾਂਦੇ ਸਨ। ਜੀਤੀ ਹੈ ਵੀ ਅਮੀਰ ਘਰੋਂ ਸੀ। ਜੀਤੀ ਸ਼ੁਰੂ ਤੋਂ ਹੀ ਪੜ੍ਹਨ ਵਿੱਚ ਹੁਸ਼ਿਆਰ ਸੀ, ਪਰ ਉਸਨੂੰ ਸੱਜ ਸਵਰਨ ਦਾ ਤੇ ਵਿਆਹ ਦਾ ਬਹੁਤ ਸ਼ੌਂਕ ਸੀ। ਬਚਪਨ ਵਿੱਚ ਹੀ ਸੱਜ ਸਵਾਰ ਕਦੇ ਗੁੱਡੀ ਦੇ ਵਿਆਹ ਰਚਾਉਂਦੀ ਤੇ ਕਦੇ ਖੇਡਦੀ ਜਾਂ ਆਪ ਸੱਜ ਸਵਾਰ ਦੁਲਹਨ ਬਣਦੀ। ਉਸਦੇ ਖ਼ਵਾਬਾਂ ਵਿੱਚ ਵੀ ਉਸਨੂੰ ਬਸ ਵਿਆਹ ਦੇ ਹੀ ਸੁਪਨੇ ਤੇ ਘੋੜੀ ਚੜ੍ਹਿਆ ਰਾਜਕੁਮਾਰ ਉਸਨੂੰ ਵਿਆਹੁਣ ਆਇਆ ਦਿਖਦਾ। ਬਚਪਨ ਤੋਂ ਉਹ ਜਵਾਨੀ ਵਿੱਚ ਆ ਗਈ। ਉਹ ਦਿਨੋਂ ਦਿਨ ਹੋਰ ਵੀ ਸੋਹਣੀ ਹੁੰਦੀ ਗਈ। ਫਿਰ ਸਕੂਲ ਤੋਂ ਬਾਅਦ ਉਸਨੂੰ ਕਾਲਜੀ ਲਗਾ ਦਿੱਤਾ ਗਿਆ। ਕਾਲਜ ਦਾ ਮੁੰਡਾ ਉਸਦੀ ਖੂਬਸੂਰਤੀ ਦੇਖ ਉਸਦਾ ਦੀਵਾਨਾ ਹੋ ਜਾਂਦਾ। ਜੀਤੀ ਦੇ ਲੰਬੇ ਵਾਲ, ਉਸਦੀ ਲੰਬੀ ਗੁੱਤ ਤੇ ਅੱਖਾਂ ਵਿੱਚ ਪਾਇਆ ਕਾਜਲ, ਕੰਨਾਂ ਵਿੱਚ ਪਾਏ ਝੁਮਕੇ, ਗਲ ਵਿੱਚ ਪਾਈ ਚਾਂਦੀ ਦੀ ਚੈਨ ਤੇ ਪੰਜਾਬੀ ਸੂਟ, ਉੱਤੋਂ 60 ਮੀਟਰ ਦਾ ਦੁਪੱਟਾ, ਜਾਣੋ ਜਿਵੇਂ ਆਸਮਾਨ ਤੋਂ ਉੱਤਰ ਹੁਣੀ ਆਈ ਹੋਵੇ। ਉਹ ਆਪਣੇ ਕਾਲਜ ਦੇ ਹਰ ਫੰਕਸ਼ਨ ਵਿੱਚ ਹਿੱਸਾ ਲੈਂਦੀ ਤੇ ਪਹਿਲੇ ਸਾਲ ਹੀ ਉਸਨੂੰ ਕਾਲਜ ਵਿੱਚ ਮਿਸ ਪੰਜਾਬਨ ਦਾ ਤਾਜ ਜਿੱਤ ਲਿਆ ਸੀ। ਹਰ ਗੱਭਰੂ ਦੀ ਉਸ ਤੇ ਅੱਖ ਰਹਿੰਦੀ ਸੀ, ਪਰ ਉਹ ਹੁਸਨ ਦੇ ਨਾਲ ਸੰਸਕਾਰਾਂ ਦੀ ਵੀ ਭਰੀ ਹੋਈ ਸੀ। ਕਾਲਜ ਦੇ ਆਖਰੀ ਸਾਲ ਵਿੱਚ ਉਹ ਵੀ ਇੱਕ ਪ੍ਰੇਮ ਤੋਂ ਬਚ ਨਾ ਸਕੀ ਤੇ ਜੱਸਾ, ਜੋ ਕਿ ਗਰੀਬ ਜਿਹੇ ਪਰਿਵਾਰ ਦਾ ਸਿੱਧਾ ਸਾਦਾ ਲੜਕਾ ਸੀ, ਨੂੰ ਦਿਲ ਦੇ ਬੈਠੀ। ਉਧਰ ਜੀਤੀ ਦਾ ਕਾਲਜ ਪੂਰਾ ਹੋਣ ਤੇ ਸੀ ਕਿ ਜੀਤੀ ਦੇ ਘਰ ਰਿਸ਼ਤੇ ਆਉਣ ਲੱਗੇ। ਉਸ ਵਾਸਤੇ ਉਸਦੇ ਬਾਪੂ ਜੀ ਨੇ ਇੱਕ ਰਿਸ਼ਤੇ ਲਈ ਹਾਂ ਕਰ ਦਿੱਤੀ, ਜੋ ਕਿ ਅਮੀਰ ਘਰੋਂ ਸੀ ਤੇ ਕਿਸੇ ਸਰਦਾਰੀ ਦਫ਼ਤਰ ਅਫਸਰ ਲੱਗਿਆ ਹੋਇਆ ਸੀ। ਜੀਤੀ ਦੇ ਬਾਪੂ ਜੀ ਨੇ ਉਸਨੂੰ ਬਿਨਾਂ ਪੁੱਛੇ ਹੀ ਹਾਂ ਕਰ ਦਿੱਤੀ ਕਿ ਜੀਤੀ ਵੀ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਹੋਵੇਗਾ। ਪਰ ਆਈ ਜਦ ਜੀਤੀ ਨੂੰ ਪਤਾ ਲੱਗਾ ਤਾਂ ਉਸਨੇ ਬਾਪੂ ਜੀ ਨਾਲ ਜੱਸੇ ਬਾਰੇ ਗੱਲ ਕੀਤੀ। ਉਸਦੇ ਬਾਪੂ ਜੀ ਉਸ ਤੋਂ ਜੱਸੇ ਬਾਰੇ ਤੇ ਪਰਿਵਾਰ ਬਾਰੇ ਪੁੱਛਿਆ ਤੇ ਇਹ ਜਾਣ ਕੇ ਕਿ ਉਹ ਇੱਕ ਗਰੀਬ ਘਰ ਤੋਂ ਹੈ ਤੇ ਹਜੇ ਸਿਰਫ ਪੜ੍ਹਦਾ ਹੈ, ਕੋਈ ਨੌਕਰੀ ਨਹੀਂ ਹੈ, ਨਾ ਕਰ ਦਿੱਤੀ। ਜੀਤੀ ਨੇ ਕਾਫੀ ਕਿਹਾ, ਪਰ ਉਸਦੇ ਬਾਪੂ ਜੀ ਨੇ ਕਿਹਾ ਕਿ ਉਸ ਤੋਂ ਉਹਨਾਂ ਜ਼ਿੰਦਗੀ ਵਿੱਚ ਕਦੇ ਕੁਝ ਨਹੀਂ ਮੰਗਿਆ। ਜੋ ਉਸਨੇ ਕਿਹਾ ਉਸਦੀ ਹਰ ਜਿੱਦ ਪੂਰੀ ਕੀਤੀ, ਪਰ ਹੁਣ ਉਹ ਉਹਨਾਂ ਦੇ ਦਿੱਤੇ ਇਸ ਰਿਸ਼ਤੇ ਲਈ ਹਾਂ ਕਰ ਉਹਨਾਂ ਦੀ ਇੱਜ਼ਤ ਰੱਖ ਲਵੇ। ਉਸਨੇ ਆਪਣੇ ਬਾਪੂ ਜੀ ਨੂੰ ਬਹੁਤ ਕਿਹਾ, ਪਰ ਆਖਿਰ ਉਸਦੇ ਬਾਪੂ ਜੀ ਨੇ ਉਸਨੂੰ ਕਿਹਾ ਕਿ ਉਹਨਾਂ ਉਸਨੂੰ ਰਾਜਕੁਮਾਰੀ ਵਾਂਗ ਰੱਖਿਆ, ਚੰਗਾ ਖਾਣ ਨੂੰ ਤੇ ਪਹਿਨਣ ਨੂੰ ਦਿੱਤਾ, ਤੇ ਫਿਰ ਹੁਣ ਉਹ ਆਪਣੇ ਹੱਥੀਂ ਕਿਵੇਂ ਇੱਕ ਗਰੀਬ ਘਰ ਉਸਨੂੰ ਤੋਰ ਦੇਣ। ਅਗਰ ਉਹ ਕੋਈ ਚੰਗੀ ਨੌਕਰੀ ਕਰਦਾ, ਉੱਚੇ ਘਰ ਦਾ ਹੁੰਦਾ, ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਸੀ, ਪਰ ਅਗਰ ਫਿਰ ਵੀ ਉਹ ਜਾਣਾ ਹੀ ਚਾਹੁੰਦੀ ਹੈ ਤਾਂ ਉਸਦੇ ਬਾਪੂ ਜੀ ਨੇ ਆਪਣੇ ਸਿਰ ਤੋਂ ਲਾ ਪੱਗ ਉਸਦੇ ਪੈਰੀ ਧਰ ਦਿੱਤੀ ਤੇ ਕਿਹਾ, ਜੇ ਜਾਣਾ ਹੈ ਫਿਰ ਵੀ ਤੂੰ ਜਾ। ਆਪਣੇ ਬਾਪੂ ਦੀ ਪੱਗ ਨੂੰ ਠੋਕਰ ਮਾਰ ਤੇ ਉਹਨਾਂ ਦੇ ਪਿਆਰ ਨੂੰ ਠੋਕਰ ਮਾਰ। ਕੁਝ ਦਿਨਾਂ ਤੇ ਕੀਤੇ ਪਿਆਰ ਕੋਲ ਉਹ ਜਾ ਸਕਦੀ ਹੈ। ਤਾਂ ਜੀਤੀ ਇੱਕਦਮ ਉੱਥੇ ਹੀ ਬੈਠ ਚੀਕਾਂ ਮਾਰ ਰੋਣ ਲੱਗ ਪਈ। ਉਸਨੂੰ ਆਪਣੇ ਬਾਪੂ ਦੇ ਪਿਆਰ ਅੱਗੇ ਜੱਸੇ ਨਾਲ ਕੀਤਾ ਪਿਆਰ ਬਹੁਤ ਘੱਟ ਲੱਗਾ। ਉਸਨੇ ਸੋਚਿਆ ਕਿ ਜੱਸਾ ਤਾਂ ਉਸਦੇ ਦਿਲ ਵਿੱਚ ਰਹੇਗਾ ਹੀ, ਪਰ ਉਹ ਆਪਣੇ ਬਾਪੂ ਜੀ ਨੂੰ ਵੀ ਨਹੀਂ ਛੱਡ ਸਕਦੀ। ਪਰ ਉਹ ਆਪਣੇ ਬਾਪੂ ਜੀ ਨੂੰ ਬੋਲ ਜੱਸੇ ਨੂੰ ਆਖਰੀ ਵਾਰ ਮਿਲਣ ਗਈ। ਉਸਦੇ ਬਾਪੂ ਜੀ ਵੀ ਉਸ ਤੇ ਪੂਰਾ ਵਿਸ਼ਵਾਸ ਸੀ ਤੇ ਜਾਣ ਦਿੱਤਾ। ਉਸਨੇ ਜੱਸੇ ਨੂੰ ਮਿਲ ਕਿਹਾ ਕਿ ਉਸਨੂੰ ਭੁੱਲ ਜਾਵੇ, ਬੇਸ਼ੱਕ ਉਹ ਕਿਤੇ ਹੋਰ ਵਿਆਹ ਕਰਾਵੇ, ਪਰ ਉਸਦੇ ਸੁਪਨਿਆਂ ਦਾ ਰਾਜਕੁਮਾਰ ਤਾਂ ਉਹੀ ਰਹੇਗਾ। ਉਹ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੇ ਤੇ ਆਪਣੇ ਬਾਪੂ ਦੇ ਪਿਆਰ ਤੇ ਪੱਗ ਅੱਗੇ ਉਸਦੇ ਲਈ ਉਸਦਾ ਪਿਆਰ ਹਾਰ ਗਿਆ। ਜੱਸੇ ਨੇ ਵੀ ਉਸਨੂੰ ਦਿਲੋਂ ਪਿਆਰ ਕੀਤਾ ਸੀ ਤੇ ਕਿਹਾ, ਜੇ ਜ਼ਿੰਦਗੀ ਵਿੱਚ ਤੂੰ ਨਹੀਂ ਤਾਂ ਹੋਰ ਕੋਈ ਵੀ ਨਹੀਂ। ਮੈਂ ਜ਼ਿੰਦਗੀ ਦੇ ਹਰ ਮੋੜ ਤੇ ਤੇਰਾ ਇੰਤਜ਼ਾਰ ਕਰਾਂਗਾ। ਜੇ ਫਿਰ ਵੀ ਇਸ ਜਨਮ ਨਾ ਹੋਈ ਤਾਂ ਅਗਲੇ ਜਨਮ। ਤੇ ਹਾਂ, ਇਹ ਵੀ ਨਾ ਸੋਚੀ ਕਿ ਤੇਰੇ ਪਿੱਛੇ ਲੱਗ ਮੈਂ ਹੰਝੂ ਵਹਾਊਂ। ਨਹੀਂ, ਮੈਂ ਹਰ ਮੋੜ ਤੇਰਾ ਇੰਤਜ਼ਾਰ ਕਰਾਂਗਾ ਤੇ ਜ਼ਿੰਦਗੀ ਵਿੱਚ ਇਸ ਕਾਬਿਲ ਬਣਾਂਗਾ ਕਿ ਜਦ ਤੂੰ ਮੇਰੇ ਕੋਲ ਆਵੇਂ ਤਾਂ ਮੈਂ ਤੈਨੂੰ ਤੇਰੇ ਬਾਪੂ ਦੇ ਦਿੱਤੇ ਐਸ਼ ਆਰਾਮ ਦੇ ਸਕਾਂ। ਇੰਨਾ ਕਹਿ ਉਹ ਉੱਥੋਂ ਉਸਨੂੰ ਅਲਵਿਦਾ ਕਹਿ ਚਲੀ ਗਈ। ਫਿਰ ਉਸ ਦਾ ਵਿਆਹ
ਉਸ ਉੱਚੇ ਤੇ ਅਮੀਰ ਪਰਿਵਾਰ ਵਿੱਚ ਹੋ ਗਿਆ। ਉਸਦੇ ਬਾਪੂ ਜੀ ਨੇ ਆਪਣੇ ਹੱਥੀਂ ਉਸਦਾ ਪੱਲਾ, ਪਤੀ ਦਾ ਨਾਂ ਜਿੰਦਰ ਸੀ, ਉਸਦੇ ਹੱਥੀਂ ਫੜਾਇਆ। ਵਿਦਾਈ ਬਾਅਦ ਜੀਤੀ ਆਪਣੇ ਸਹੁਰੇ ਘਰ ਗਈ। ਸਹੁਰੇ ਘਰ ਵਿਆਹ ਵਾਲੇ ਦਿਨ ਤਾਂ ਉਸਨੂੰ ਸਭ ਨੇ ਬੜਾ ਲਾਡ ਲੜਾਇਆ ਤੇ ਉਸਦੇ ਬਾਪੂ ਜੀ ਨੇ ਵੀ ਸਹੁਰਿਆਂ ਵੱਲੋਂ ਦਾਜ ਲਈ ਕਹੀ ਇੱਕ ਚੀਜ਼ ਦਿੱਤੀ। ਪਹਿਲੀ ਰਾਤ ਹੀ ਜਦੋਂ ਜੀਤੀ ਸੂਹੇ ਲਾਲ ਲਹਿੰਗੇ ਵਿੱਚ ਸਜੀ ਜਿੰਦਰ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਉਹ ਬੜਾ ਲੇਟ ਘਰ ਆਇਆ ਤੇ ਪੂਰਾ ਸ਼ਰਾਬ ਨਾਲ ਰੱਜ ਰੂਮ ਵਿੱਚ ਆਇਆ। ਜੀਤੀ, ਜਿਸ ਨੂੰ ਸ਼ਰਾਬ ਨਾਮ ਤੋਂ ਹੀ ਨਫ਼ਰਤ ਸੀ, ਜਿੰਦਰ ਨੂੰ ਸ਼ਰਾਬ ਨਾਲ ਰੱਜਿਆ ਦੇਖ ਉਸਦੇ ਹੰਝੂ ਵਗ ਪਏ ਤੇ ਰਾਜਕੁਮਾਰ ਦਾ ਤਾਂ ਵਿਆਹ ਦਾ ਚਾਅ ਦਿਲੋਂ ਲੈ ਗਿਆ। ਜਦੋਂ ਜਿੰਦਰ ਆਪਣੇ ਕਮਰੇ ਵਿੱਚ ਆਇਆ ਤਾਂ ਉਸ ਤੋਂ ਤੁਰਿਆ ਵੀ ਨਾ ਜਾ ਰਿਹਾ ਸੀ, ਪਰ ਜੀਤੀ ਨੇ ਤਾਂ ਆਪਣੇ ਬਾਪੂ ਜੀ ਦੇ ਕਹੇ ਉਸਨੂੰ ਹੀ ਹੁਣ ਆਪਣੇ ਸਿਰ ਦਾ ਸਾਈ ਮੰਨ ਲਿਆ। ਆਉਂਦਾ ਹੀ ਜਿੰਦਰ ਬੈੱਡ ਤੇ ਗਿਰ ਪਿਆ ਤਾਂ ਜੀਤੀ ਨੇ ਉਸਨੂੰ ਸਹੀ ਕਰ ਬੈੱਡ ਤੇ ਲਟਾਉਣ ਲਈ ਉਸਨੂੰ ਪਰਾਂ ਕੀਤਾ ਤਾਂ ਜਿੰਦਰ ਇੰਨਾ ਕਰਨ ਤੇ ਹੀ ਉਸਨੂੰ ਬੋਲਣ ਤੇ ਕੁੱਟਣ ਲੱਗ ਗਿਆ। ਉਸਦੇ ਮੂੰਹ ਚਪੇੜਾਂ ਤੇ ਢਿੱਡ ਵਿੱਚ ਲੱਤਾਂ ਮਾਰਨ ਲੱਗਾ। ਕਿਵੇਂ ਨਾ ਕਿਵੇਂ ਕਰ ਉਸਨੇ ਖੁਦ ਨੂੰ ਬਚਾਉਣ ਤੇ ਬਾਥਰੂਮ ਵਿੱਚ ਬੰਦ ਆਪਣੇ ਕਰਮਾਂ ਨੂੰ ਰੋਣ ਲੱਗੀ ਕਿ ਬਾਪੂ ਦੇ ਕਹੇ ਵਿਆਹ ਵੀ ਕਰਵਾ ਲਿਆ, ਪਰ ਕਿਸਮਤ ਨੇ ਉਸਨੂੰ ਧੋਖਾ ਦੇ ਦਿੱਤਾ। ਪੂਰੀ ਰਾਤ ਉਸਨੇ ਬਾਥਰੂਮ ਵਿੱਚ ਹੀ ਕੱਢੀ ਤੇ ਰੋਂਦੀ ਰਹੀ ਆਪਣੀ ਕਿਸਮਤ ਨੂੰ। ਸਵੇਰੇ ਹੋਈ ਤਾਂ ਜਦੋਂ ਸੱਸ ਨੇ ਦੇਖਿਆ ਤਾਂ ਜੀਤੀ ਤੋਂ ਪੁੱਛਿਆ ਤਾਂ ਉਸਨੇ ਡਰਦੀ ਡਰਦੀ ਸਭ ਦੱਸਿਆ ਤਾਂ ਉਸਨੂੰ ਉਸਦੀ ਸੱਸ ਨੇ ਵੀ ਇਹੀ ਕਿਹਾ ਕਿ ਹੁਣ ਇਹ ਉਹਨਾਂ ਪਤੀ ਪਤਨੀ ਦਾ ਮਾਮਲਾ ਹੈ ਤੇ ਉਹ ਹੀ ਹੁਣ ਉਸਨੂੰ ਸ਼ਰਾਬ ਪੀਣ ਤੋਂ ਰੋਕ ਸਕਦੀ ਹੈ। ਉਸਨੇ ਫੇਰ ਠਾਣ ਲਿਆ ਕਿ ਉਹ ਉਸਨੂੰ ਸੁਧਾਰੇਗੀ, ਪਰ ਉਹ ਨਾ ਸੁਧਰਿਆ। ਉਲਟਾ ਹੁਣ ਰੋਜ਼ ਮਾਰ ਪਿਟਾਈ ਕਰਨ ਲੱਗਾ। ਜਦੋਂ ਜੀਤੀ ਦੇ ਮਾਪੇ ਆਉਂਦੇ ਉਹ ਆਪਣੇ ਜ਼ਖਮ ਲੁਕੋ ਲੈਂਦੀ ਤੇ ਹਰ ਵਾਰ ਕੁਝ ਨਾ ਕੁਝ ਝੂਠ ਬੋਲ ਦਰਦ ਦੁੱਖ ਲੁਕਾਉਂਦੀ। ਹੁਣ ਜੀਤੀ ਦੇ ਸਭ ਸ਼ੌਂਕ ਹੀ ਮਰ ਗਏ। ਹੁਣ ਤਾਂ ਉਹ ਪਹਿਲਾਂ ਵਾਂਗ ਸੱਜ ਸਵਰਦੀ ਨਾ ਕੱਪੜੇ ਪਾਉਂਦੀ, ਕਿੰਨੇ ਦਿਨ ਇੱਕ ਸੂਟ ਵਿੱਚ ਹੀ ਕੱਟਦੀ। ਹੁਣ ਉਸਦਾ ਖਾਣਾ ਪੀਣਾ ਵੀ ਘਟ ਗਿਆ। ਉਹ ਸਿਹਤ ਪੱਖੋਂ ਵੀ ਕਮਜ਼ੋਰ ਹੋ ਗਈ। ਹੁਣ ਉਹ ਸਾਰਾ ਦਿਨ ਕੰਮ ਵਿੱਚ ਜਾਂ ਸੋਚਾਂ ਵਿੱਚ ਹੀ ਕੱਢਦੀ। ਦੁੱਖ ਵਿੱਚ ਇੰਨਾ ਖੁੱਭ ਗਈ ਕਿ ਜੱਸੇ ਤੱਕ ਨੂੰ ਵੀ ਭੁੱਲ ਗਈ। ਰੰਗ ਰੂਪ ਉਸਦਾ ਹੁਣ ਕਾਲਾ ਪੈ ਚੱਲਿਆ ਸੀ। 7 ਮਹੀਨੇ ਬੀਤ ਗਏ ਤੇ ਹੁਣ ਉਹ ਮਾਂ ਵੀ ਬਣਨ ਵਾਲੀ। ਉਸਦੇ ਬਾਪੂ ਜੀ ਆਏ ਤਾਂ ਦੇਖਿਆ ਕਿ ਉਸਦੀ ਹਾਲਤ ਤੇ ਉਸਨੂੰ ਨਾਲ ਲੈ ਗਏ। ਘਰ ਗਈ ਸਭ ਨੇ ਉਸਦੀ ਹਾਲਤ ਤੇ ਚਿਹਰੇ ਵੱਲ ਵੇਖ ਇਹੀ ਕਿਹਾ ਕਿ ਉਹ ਸਹੁਰੇ ਘਰ ਖੁਸ਼ ਤਾਂ ਹੈ, ਤਾਂ ਉਸਨੇ ਕਿਸੇ ਸਾਹਮਣੇ ਵੀ ਆਪਣਾ ਦੁੱਖ ਜ਼ਾਹਿਰ ਨਾ ਕਰ ਚਿਹਰੇ ਤੇ ਝੂਠਾ ਹਾਸਾ ਦਿਖਾ ਕਹਿ ਦਿੰਦੀ ਕਿ ਉਹ ਪੂਰੀ ਖੁਸ਼ ਹੈ। ਇਹ ਤਾਂ ਬਸ ਉਹ ਸਹੁਰੇ ਉਸਨੂੰ ਪਾਣੀ ਮੇਚ ਘੱਟ ਆਇਆ ਹੈ। ਸਭ ਨੇ ਹੱਸ ਸਾਰ ਦੇਣਾ। ਉਸਦੇ ਬਾਪੂ ਨੂੰ ਟੈਨਸ਼ਨ ਸੀ ਕਿ ਕੋਈ ਤਾਂ ਗੱਲ ਜ਼ਰੂਰ ਹੋਵੇਗੀ। ਉਸਦੇ ਬਾਪੂ ਜੀ ਨੇ ਉਸਨੂੰ ਬਿਠਾ ਪੁੱਛਿਆ ਤਾਂ ਉਸਨੇ ਇਹੀ ਕਿਹਾ ਕਿ ਉਹ ਖੁਸ਼ ਹੈ। ਆਖੇ ਤੁਹਾਡੇ ਲੱਭੇ ਤੇ ਤੁਹਾਡੀ ਪਸੰਦ ਕਦੇ ਗਲਤ ਕਿਵੇਂ ਹੋ ਸਕਦੀ ਹੈ। ਇਹ ਆਖ ਉਹ ਉਹਨਾਂ ਕੋਲੋਂ ਉੱਠ ਆਈ। ਦਿਨ ਬੀਤ ਗਏ ਤੇ ਉਸ ਕੋਲ ਕੁੜੀ ਹੋ ਗਈ। ਉਸਨੂੰ ਲੱਗਿਆ ਕਿ ਹੁਣ ਤਾਂ ਇਸ ਬੱਚੀ ਦੇ ਆਉਣ ਨਾਲ ਜਿੰਦਰ ਸੁਧਰ ਜਾਵੇਗਾ, ਲੇਕਿਨ ਹੋਣਾ ਉਹੀ ਸੀ ਜੋ ਹੋਣੀ ਵਿੱਚ ਲਿਖਿਆ ਸੀ। ਉਸਦੇ ਸਹੁਰੇ ਆ ਕੇ ਉਸਨੂੰ ਲੈ ਗਏ। ਕੋਈ ਖੁਸ਼ ਨਹੀਂ ਸੀ ਕਿਉਂਕਿ ਉਹਨਾਂ ਨੂੰ ਪੁੱਤ ਚਾਹੀਦਾ ਸੀ। ਸੱਸ ਨੇ ਨਾ ਤਾਂ ਬੱਚੀ ਜਿਸ ਦਾ ਨਾਮ ਨੂਰ ਰੱਖਿਆ ਉਸਨੂੰ ਚੁੱਕਿਆ, ਕਦੇ ਨਾ ਰੋਂਦੀ ਨੂੰ ਚੁੱਪ ਕਰਵਾਇਆ। ਜਿੰਦਰ ਵੀ ਅੱਗੇ ਤੋਂ ਵੱਧ ਸ਼ਰਾਬ ਤੇ ਕੁੱਟਮਾਰ ਕਰਨ ਲੱਗਾ। 2 ਸਾਲ ਲੰਘ ਗਏ। ਨੂਰ ਵੀ ਕੁਝ ਵੱਡੀ ਹੋ ਗਈ, ਪਰ ਪਿਆਰ ਤੇ ਪਿਓ ਦਾਦੀ ਤੋਂ ਵਾਂਝੀ ਹੀ ਰਹਿ ਗਈ। ਸੱਸ ਨੇ ਜੀਤੀ ਨੂੰ ਕਿਹਾ ਕਿ ਉਹ ਸ਼ਰਾਬ ਤਾਂ ਪਹਿਲਾਂ ਹੀ ਪੀਂਦਾ ਸੀ, ਪਰ ਉਹਨਾਂ ਨੂੰ ਸੀ ਕਿ ਵਿਆਹ ਬਾਅਦ ਘਟ ਜਾਵੇਗਾ, ਪਰ ਉਸਦੇ ਆਉਣ ਨਾਲ ਉਸਨੇ ਉਸਨੂੰ ਵਧਾ ਦਿੱਤਾ। ਹੁਣ ਉਹ ਉਸਨੂੰ ਕੋਲ ਖੜ ਕਟਵਾਉਂਦੀ। ਨੂਰ ਸਭ ਦੇਖ ਡਰ ਜਾਂਦੀ ਸੀ। 3 ਸਾਲ ਬਾਅਦ ਉਸਦੀ ਕੁੱਖ ਫੇਰ ਤੋਂ ਭਰ ਆਈ। ਇਸ ਵਾਰ ਸੱਸ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਉਹਨਾਂ ਨੂੰ ਮੁੰਡਾ ਚਾਹੀਦਾ ਹੈ।
ਉਸਦੀ ਸੱਸ ਨੇ ਬਹੁਤ ਧਾਗੇ ਤਵੀਤ ਤੇ ਦਵਾਈਆਂ ਖਵਾਈਆਂ। ਉਸਨੂੰ ਫਿਰ 7ਵੇਂ ਮਹੀਨੇ ਜਾ ਸੱਸ ਨੇ ਉਸਨੂੰ ਸ਼ਹਿਰੋਂ ਟੈਸਟ ਕਰਾ ਪਤਾ ਕਰਨ ਲਈ ਕਿਹਾ ਤੇ ਜਿੰਦਰ ਉਸਨੂੰ ਲੈ ਸ਼ਹਿਰ ਆ ਗਿਆ। ਉਹ ਪੂਰੇ ਰਸਤੇ ਅਰਦਾਸਾਂ ਕਰਦੀ ਗਈ ਕਿ ਮੁੰਡਾ ਹੀ ਹੋਵੇ ਤਾਂ ਕਿ ਉਸਦੀ ਕੁੱਖ ਦੀ ਜਾਨ ਬਚ ਸਕੇ। ਪਰ ਜਦੋਂ ਉਹ ਹਸਪਤਾਲ ਸ਼ਹਿਰ ਪਹੁੰਚੇ ਤੇ ਟੈਸਟ ਕਰਵਾਇਆ ਤਾਂ ਟੈਸਟ ਵਿੱਚ ਕੁੜੀ ਆਈ। ਇੰਨਾ ਸੁਣ ਕੇ ਹੀ ਜਿੰਦਰ ਜੀਤੀ ਨੂੰ ਘਰ ਲੈ ਆਇਆ। ਉਹ ਘਰ ਤਾਂ ਆ ਗਈ, ਪਰ ਇਹ ਉਸਦਾ ਉਸ ਘਰ ਆਖਰੀ ਦਿਨ ਸੀ। ਘਰ ਆ ਕੇ ਜਦੋਂ ਜਿੰਦਰ ਨੇ ਮਾਂ ਨੂੰ ਕੁੜੀ ਦੀ ਗੱਲ ਦੱਸੀ ਤਾਂ ਉਹਨਾਂ ਉਸਨੂੰ ਅਬੋਰਸ਼ਨ ਕਰਨ ਲਈ ਕਿਹਾ, ਪਰ ਉਸਨੇ ਮਨਾ ਕਰ ਦਿੱਤਾ ਕਿ ਉਹ ਇਹ ਪਾਪ ਨਹੀਂ ਕਰੇਗੀ। ਫਿਰ ਇੰਨਾ ਕਹਿਣ ਤੇ ਹੀ ਜਿੰਦਰ ਨੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸਦੀ ਹਾਲਤ ਇੰਨੀ ਖਰਾਬ ਹੋਈ ਕਿ ਉਸ ਤੋਂ ਖੜਾ ਵੀ ਨਾ ਹੋਇਆ ਗਿਆ, ਪਰ ਉਹ ਅੜੀ ਰਹੀ ਕਿ ਉਹ ਆਪਣੀ ਬੱਚੀ ਨੂੰ ਨਹੀਂ ਮਾਰੇਗੀ। ਨੂਰ ਰੋਂਦੀ ਰਹੀ, ਆਪਣੀ ਮਾਂ ਨੂੰ ਛਡਾਉਂਦੀ ਰਹੀ, ਪਰ ਜਿੰਦਰ ਨੇ ਉਸਦੇ ਵੀ ਮਾਰੀਆਂ। ਨਿੱਕੀ ਜਿਹੀ ਜਿੰਦ ਉਹ ਫਿਰ ਵੀ ਮਾਂ ਨੂੰ ਲਿਪਟੀ ਰਹੀ। ਉਸਨੇ ਸਬਰ ਦਾ ਘੁੱਟ ਪੀ ਲਿਆ ਕਿ ਕੁਝ ਵੀ ਹੋਵੇ, ਪਰ ਨਾ ਤਾਂ ਉਹ ਆਪਣੇ ਬਾਪੂ ਜੀ ਘਰ ਜਾਵੇਗੀ, ਨਾ ਹੀ ਆਪਣੀ ਬੱਚੀ ਨੂੰ ਮਾਰੇਗੀ। ਪੂਰੀ ਰਾਤ ਜੀਤੀ ਤੇ ਨੂਰ ਨੂੰ ਨਾ ਕਿਸੇ ਨੇ ਰੋਟੀ ਦਿੱਤੀ ਤੇ ਠੰਡ ਦੀ ਰਾਤ ਵਿੱਚ ਦੋਨਾਂ ਨੂੰ ਬਾਹਰ ਹੀ ਪੈਣਾ ਪਿਆ। ਰਾਤ ਉਹਨਾਂ ਦੀ ਐਵੇਂ ਹੀ ਰੋਂਦਿਆਂ ਲੰਘ ਗਈ। ਫਿਰ ਦੂਜੀ ਸਵੇਰ ਫਿਰ ਉਹੀ ਹਾਲ। ਜੀਤੀ ਨੂੰ ਅਬੋਰਸ਼ਨ ਲਈ ਕਿਹਾ ਗਿਆ। ਫਿਰ ਉਸਦੇ ਮਨਾ ਕਰਨ ਤੇ ਜਿੰਦਰ ਨੇ ਫਿਰ ਉਸਨੂੰ ਕੁੱਟਿਆ, ਉਸਦੇ ਢਿੱਡ ਵਿੱਚ ਲੱਤਾਂ ਮਾਰੀਆਂ। ਹੁਣ ਉਹ ਦਰਦ ਨਾਲ ਚੀਖ ਉੱਠੀ ਤਾਂ ਉਸਦੇ ਪਤੀ ਤੇ ਸੱਸ ਨੇ ਉਸਨੂੰ ਜਿੰਦਾ ਸਾੜਨ ਲਈ ਉਸ ਉੱਤੇ ਮਿੱਟੀ ਦਾ ਤੇਲ ਪਾ ਅੱਗ ਲਗਾਉਣ ਲੱਗੇ ਕਿ ਉਧਰੋਂ ਜੀਤੀ ਦਾ ਬਾਪੂ ਵੀ ਉਸਨੂੰ ਮਿਲਣ ਆ ਗਿਆ। ਉਸਦੇ ਬਾਪੂ ਜੀ ਨੇ ਉਸਦੀ ਹਾਲਤ ਦੇਖ ਸਮਝ ਲਿਆ ਕਿ ਮਾਜਰਾ ਕੀ ਹੈ। ਉਸਨੇ ਬਿਨਾਂ ਕੁਝ ਕਹੇ ਆਪਣੀ ਧੀ ਨੂੰ ਕਿਹਾ ਕਿ ਚੱਲ ਧੀਏ, ਅੱਜ ਤੋਂ ਬਾਅਦ ਤੈਨੂੰ ਹੁਣ ਇੱਥੇ ਰਹਿਣ ਦੀ ਕੋਈ ਲੋੜ ਨਹੀਂ। ਪਰ ਜੀਤੀ ਨੇ ਕਿਹਾ ਕਿ ਨਹੀਂ, ਉਹ ਇੱਥੇ ਹੀ ਠੀਕ ਹੈ, ਖੁਸ਼ ਹੈ। ਤਾਂ ਉਸਨੇ ਹਮੇਸ਼ਾ ਉਹਨਾਂ ਦੀ ਇੱਜ਼ਤ ਰੱਖੀ ਤੇ ਘਰ ਜਾ ਕੇ ਰੋਲਣਾ ਨਹੀਂ ਚਾਹੁੰਦੀ। ਉਸਦੇ ਬਾਪੂ ਨੇ ਕਿਹਾ ਕਿ ਨਹੀਂ ਧੀਏ, ਤੈਨੂੰ ਨਰਕ ਭੋਗਣ ਦੀ ਕੋਈ ਲੋੜ ਨਹੀਂ। ਗਲਤੀ ਤਾਂ ਸਭ ਉਹਨਾਂ ਦੀ ਹੈ ਜੋ ਉਸਦੀ ਲਿਖੀ ਤਕਦੀਰ ਸਮਝ ਨਾ ਸਕੇ। ਉਸਦੇ ਬਾਪੂ ਜੀ ਨੇ ਕਿਹਾ ਕਿ ਉਹਨਾਂ ਹੱਥੀਂ ਉਸਨੂੰ ਆਪਣੇ ਤੋਰਿਆ ਸੀ ਤੇ ਉਹ ਹੁਣ ਖੁਦ ਕਹਿ ਰਹੇ ਹਨ ਕਿ ਚੱਲ ਇੱਥੋਂ ਬਸ। ਉਹ ਉਸਨੂੰ ਆਪਣੇ ਨਾਲ ਲੈ ਹਸਪਤਾਲ ਆ ਗਏ, ਪਰ ਉਸਦੀ ਬੱਚੀ ਅੱਜ ਦੀ ਕੁੱਟ ਤੇ ਭੁੱਖ ਦੀ ਵਜ੍ਹਾ ਨਾਲ ਕੁੱਖ ਵਿੱਚ ਹੀ ਮਰ ਗਈ। ਜੀਤੀ 2-3 ਦਿਨ ਸਦਮੇ ਵਿੱਚ ਰਹੀ, ਫਿਰ ਘਰ ਆ ਗਈ। 2 ਦਿਨ ਆਪਣੀ ਕਿਸਮਤ ਨੂੰ ਰੋਂਦੀ ਰਹੀ। ਫਿਰ ਉਸਦੇ ਬਾਪੂ ਜੀ ਨੇ ਜਿੰਦਰ ਤੇ ਕੇਸ ਕਰ ਦਿੱਤਾ ਤਾਂ ਉਹ ਉਸ ਤੋਂ ਆਪਣੀ ਧੀ ਦਾ ਪਿੱਛਾ ਛਡਾ ਸਕਣ ਤੇ ਉਸਦੇ ਬਾਪੂ ਨੂਰ ਨੂੰ ਵੀ ਆਪਣੇ ਨਾਲ ਲੈ ਆਏ। ਉਸਨੇ ਆਪਣੇ ਬਾਪੂ ਤੋਂ ਪੁੱਛਿਆ ਆਖਿਰ ਕੀ ਦੋਸ਼ ਸੀ ਉਸਦਾ, ਉਸਨੂੰ ਇਹ ਸਜ਼ਾ ਮਿਲੀ। ਉਸਦੇ ਸੁਪਨੇ ਤੇ ਵਿਆਹ ਦੀ ਇਹ ਦੁਨੀਆ ਇੰਨੀ ਭੈੜੀ ਵੀ ਹੋਵੇਗੀ, ਉਸਨੇ ਕਦੇ ਸੋਚਿਆ ਵੀ ਨਹੀਂ ਸੀ। ਜੀਤੀ ਨੇ ਬਾਪੂ ਤੋਂ ਪੁੱਛਿਆ ਕਿ ਕਿਉਂ ਉਸਨੇ ਆਪਣੀ ਧੀ ਨੂੰ ਆਪਣੇ ਹੱਥੀਂ ਉਸ ਨਰਕ 'ਚ ਭੇਜਿਆ, ਕੀ ਦੋਸ਼, ਕਿਸ ਗੁਨਾਹ ਦੀ ਸਜ਼ਾ ਉਸਨੂੰ ਦਿੱਤੀ। ਤਾਂ ਉਸਦੇ ਬਾਪੂ ਨੇ ਕਿਹਾ ਕਿ ਉਹਨਾਂ ਨੇ ਤਾਂ ਉਸਨੂੰ ਵਧੀਆ ਘਰ ਹੀ ਦੇਖਿਆ ਸੀ ਜਿੱਥੇ ਉਹ ਖੁਸ਼ ਰਹਿ ਸਕੇ। ਉਹਨਾਂ ਨੂੰ ਕੀ ਪਤਾ ਸੀ ਕਿ ਉਹ ਉਸਦੀਆਂ ਖੁਸ਼ੀਆਂ ਹੀ ਰੋਲ ਦੇਣਗੇ। ਉਹਨਾਂ ਦੱਸਿਆ ਕਿ ਜਦੋਂ ਉਹ ਛੋਟੀ ਸੀ ਤਾਂ ਉਹਨਾਂ ਜਦ ਉਸਦੀ ਜਨਮ ਪੱਤਰੀ ਪੰਡਤ ਨੂੰ ਦਿਖਾਈ ਸੀ ਤਾਂ ਉਹਨਾਂ ਦੱਸਿਆ ਕਿ ਉਸਦਾ ਪ੍ਰੇਮ ਵਿਵਾਹ ਤੇ ਉਸਦੀ ਜ਼ਿੰਦਗੀ ਵਿੱਚ ਇਹ ਦੁੱਖ ਲਿਖੇ ਹੈ। ਉਸਨੂੰ ਫਿਰ ਜੱਸੇ ਦੀ ਯਾਦ ਆਈ ਜਿਸ ਨੂੰ ਦੁੱਖਾਂ ਵਿੱਚ ਭੁੱਲ ਹੀ ਗਈ ਸੀ। ਬਾਪੂ ਜੀ ਨੇ ਦੱਸਿਆ ਕਿ ਉਹਨਾਂ ਨੇ ਉਸਦੇ ਪ੍ਰੇਮ ਵਿਵਾਹ ਤੇ ਕੋਈ ਸ਼ਿਕਵਾ ਨਹੀਂ ਸੀ, ਬਸ ਸੀ ਤਾਂ ਇਹ ਕਿ ਉਸਦੀ ਜ਼ਿੰਦਗੀ ਵਿੱਚ ਦੁੱਖ ਲਿਖੇ ਸਨ ਤੇ ਉਹਨਾਂ ਜਦੋਂ ਜੱਸੇ ਬਾਰੇ ਪਤਾ ਲੱਗਿਆ ਉਹ ਡਰ ਗਏ ਸਨ ਕਿ ਉਸਦੀ ਜ਼ਿੰਦਗੀ ਕਿਤੇ ਉਸ ਘਰ ਦੀ ਗਰੀਬੀ ਵਿੱਚ ਰੋਲ ਹੀ ਨਾ ਜਾਵੇ ਤੇ ਕਿਤੇ ਇਹ ਗਰੀਬੀ ਦੇ ਦੁੱਖ ਤੇ ਬਾਅਦ ਵੀ ਉਹ ਉਸਨੂੰ ਤੰਗ ਕਰਨ ਇਹ ਦੁੱਖ ਨਾ ਲਿਖੇ ਹੋਣ। ਇਸ ਲਈ
ਉਹਨਾਂ ਨੇ ਵਧੀਆ ਅਮੀਰ ਘਰ ਲੱਭ ਉਸ ਦਾ ਰਿਸ਼ਤਾ ਕੀਤਾ, ਜੋ ਕਿ ਉਹਨਾਂ ਘਰ ਦੇ ਬਰਾਬਰ ਦਾ ਹੀ ਸੀ। ਪਰ ਉਹਨਾਂ ਨੂੰ ਕੀ ਪਤਾ ਸੀ ਕਿ ਦੁੱਖ ਉਸ ਦੇ ਪ੍ਰੇਮ ਵਿਵਾਹ ਦੇ ਨਹੀਂ, ਬਲਕਿ ਉਹਨਾਂ ਦੇ ਹੱਥੀਂ ਕੀਤੇ ਵਿਆਹ ਵਿੱਚ ਲਿਖੇ ਹਨ। ਉਸ ਦੇ ਬਾਪੂ ਜੀ ਨੇ ਕਿਹਾ ਕਿ ਧੀਏ, ਉਹ ਉਹਨਾਂ ਨੂੰ ਮਾਫ ਕਰ ਦੇਵੇ। ਉਹਨਾਂ ਉਸ ਦਾ ਭਲਾ ਹੀ ਸੋਚਿਆ ਸੀ, ਪਰ ਉਹਨਾਂ ਤੋਂ ਬਹੁਤ ਵੱਡਾ ਗੁਨਾਹ ਹੋ ਗਿਆ। ਸ਼ਾਇਦ ਉਹ ਉਸ ਦੇ ਕਹੇ ਉਸ ਦਾ ਜੱਸੇ ਨਾਲ ਪ੍ਰੇਮ ਵਿਵਾਹ ਕਰ ਦਿੰਦੇ ਤਾਂ ਅੱਜ ਉਸ ਨੂੰ ਇਹ ਦੁੱਖ ਨਾ ਦੇਖਣੇ ਪੈਂਦੇ। ਹੁਣ ਜੀਤੀ ਨੇ ਕਿਹਾ ਕਿ ਇਸ ਦਾ ਕੋਈ ਫਾਇਦਾ ਨਹੀਂ, ਬਹੁਤ ਦੇਰ ਹੋ ਚੁੱਕੀ ਹੈ। ਬਾਕੀ ਦੀ ਜ਼ਿੰਦਗੀ ਹੁਣ ਉਹ ਇਕੱਲੀ ਹੀ ਕੱਟੇਗੀ ਤੇ ਆਪਣੀ ਕੁੱਖ ਵਿੱਚ ਮਰੀ ਧੀ ਲਈ ਇਨਸਾਫ ਲਵੇਗੀ। ਜੱਸਾ, ਜੋ ਕਿ ਪੜ੍ਹਾਈ ਬਾਅਦ ਹੁਣ ਜੱਜ ਲੱਗ ਚੁੱਕਾ ਸੀ, ਅੱਜ ਉਹ ਘਰ ਤੋਂ ਚੰਗਾ ਹੋ ਚੁੱਕਾ ਸੀ। ਹੁਣ ਜੀਤੀ ਨੇ ਕੇਸ ਕਰ ਜਿੰਦਰ ਤੇ ਉਸਦੀ ਮਾਂ ਖਿਲਾਫ ਤਰੀਕ ਪਾਈ ਸੀ। ਆਖਰ ਤਰੀਕ ਸੀ। ਜੀਤੀ ਆਪਣੀ ਧੀ ਨੂੰ ਲੈ ਕੇ ਤੇ ਮਾਪਿਆਂ ਨਾਲ ਕੋਰਟ ਪਹੁੰਚੀ। ਉਸਦੀ ਵਾਰੀ ਆਈ ਤੇ ਉਧਰ ਜਿੰਦਰ ਨੂੰ ਤੇ ਉਸਦੀ ਮਾਂ ਨੂੰ ਵੀ ਬੁਲਾਇਆ ਗਿਆ। ਉਸ ਦਿਨ ਉਸਦੇ ਕੇਸ ਦਾ ਫੈਸਲਾ ਵੀ ਜੱਸੇ ਦੇ ਹਿੱਸੇ ਹੀ ਆਇਆ। ਉਸ ਦਿਨ ਜੀਤੀ ਦੇ ਕੇਸ ਦਾ ਜੱਜ ਜੱਸਾ ਹੀ ਸੀ। ਜੀਤੀ ਜੱਸੇ ਨੂੰ ਦੇਖ ਖੁਸ਼ ਹੋਈ, ਪਰ ਉਸਦਾ ਹੁਣ ਪਿਆਰ, ਖੁਸ਼ੀ, ਜਜ਼ਬਾਤ ਸਭ ਵਕਤ ਨਾਲ ਮਰ ਚੁੱਕੇ ਸਨ। ਕੋਰਟ ਵਿੱਚ ਫੈਸਲਾ ਉਸਦੇ ਹੱਕ ਵਿੱਚ ਹੋਇਆ ਤੇ ਜਿੰਦਰ ਤੇ ਉਸਦੀ ਮਾਂ ਨੂੰ ਸਜ਼ਾ ਹੋਈ। ਜੱਸਾ ਵੀ ਉਸਦਾ ਹਾਲ ਦੇਖ ਦੰਗ ਰਹਿ ਗਿਆ ਸੀ। ਜੀਤੀ, ਜੋ ਕਿ ਇੰਨੀ ਸੋਹਣੀ ਤੇ ਪੜ੍ਹੀ ਲਿਖੀ ਸੀ, ਅੱਜ ਉਸਦੀ ਇਹ ਹਾਲਤ ਦੇਖ ਉਹ ਪਛਾਣ ਵੀ ਨਹੀਂ ਸੀ ਆ ਰਹੀ। ਕੇਸ ਬਾਅਦ ਜੀਤੀ ਦੇ ਬਾਪੂ ਨੇ ਉਸ ਨਾਲ ਸਭ ਕਾਗਜ਼ੀ ਕਾਰਵਾਈ ਤੇ ਤਲਾਕ ਕਾਗਜ਼ ਸਭ ਸਾਈਨ ਕੀਤੇ। ਇੰਨੇ ਨੂੰ ਜੱਸਾ ਵੀ ਆ ਗਿਆ। ਜੀਤੀ ਇੱਕ ਕਮਰੇ ਵਿੱਚ ਇਕੱਲੀ ਬੈਠੀ ਆਪਣੀ ਜ਼ਿੰਦਗੀ ਤੇ ਕਿਸਮਤ ਨੂੰ ਰੋ ਰਹੀ ਸੀ। ਜੱਸੇ ਨੇ ਉਸ ਨੂੰ ਕਿਹਾ ਕਿ ਉਸਨੇ ਜ਼ਿੰਦਗੀ ਵਿੱਚ ਪਿੱਛੇ ਤੱਕ ਦੇਖਣਾ ਜ਼ਰੂਰੀ ਵੀ ਨਾ ਸਮਝਿਆ। ਤਾਂ ਜੀਤੀ ਨੇ ਕਿਹਾ ਕਿ ਉਹ ਆਪਣੇ ਬਾਪੂ ਦੇ ਨਾਲ ਕੀਤੇ ਸਮਝੌਤੇ ਤੇ ਖੜੀ ਸੀ। ਉਹ ਆਪਣੇ ਬਾਪੂ ਦਾ ਕਿਹਾ ਨਹੀਂ ਸੀ ਮੋੜ ਸਕਦੀ ਤੇ ਉਸਨੇ ਉਹਨਾਂ ਦੀ ਦਿੱਤੀ ਜ਼ਿੰਦਗੀ ਹੁਣ ਤੱਕ ਜੀ ਤੇ ਜਿੰਦਰ ਵੱਲੋਂ ਦਿੱਤੀ ਜ਼ਿੰਦਗੀ ਨਾਲ ਸਮਝੌਤਾ ਕਰ ਲਿਆ ਸੀ। ਉਹ ਜਾਣਦੀ ਸੀ ਕਿ ਤੂੰ ਉਸ ਨਾਲ ਕੀਤਾ ਵਾਅਦਾ ਨਿਭਾਏਗਾ ਤੇ ਆਪਣੀ ਜ਼ਿੰਦਗੀ ਵਿੱਚ ਵੱਡਾ ਆਦਮੀ ਬਣੇਗਾ। ਉਹ ਅੱਜ ਉਸ ਲਈ ਖੁਸ਼ ਸੀ ਕਿ ਜੋ ਉਸਨੇ ਕਿਹਾ ਉਸਨੇ ਕਰ ਦਿਖਾਇਆ, ਪਰ ਹੁਣ ਉਹ ਆਪਣੀ ਧੀ ਲਈ ਜੀਵੇਗੀ ਤੇ ਖੁਸ਼ ਹੈ ਬਸ। ਜੱਸੇ ਨੇ ਕਿਹਾ ਕਿ ਕਿਹਾ ਤਾਂ ਉਸਨੇ ਕੁਝ ਹੋਰ ਵੀ ਸੀ। ਤਾਂ ਜੀਤੀ ਨੇ ਪੁੱਛਿਆ ਕਿ ਕੀ? ਜਦ ਜੱਸੇ ਨੇ ਕਿਹਾ ਕਿ ਉਸਨੂੰ ਯਾਦ ਨਹੀਂ, ਤਾਂ ਜੀਤੀ ਨੇ ਕਿਹਾ ਕਿ ਦੁੱਖਾਂ ਵਿੱਚ ਤਾਂ ਉਹ ਖੁਦ ਤੱਕ ਨੂੰ ਭੁੱਲ ਗਈ। ਤਾਂ ਜੱਸੇ ਨੇ ਕਿਹਾ ਕਿ ਉਸਨੇ ਕਿਹਾ ਸੀ ਕਿ ਉਹ ਜ਼ਿੰਦਗੀ ਦੇ ਹਰ ਮੋੜ ਤੇ ਉਸਦਾ ਇੰਤਜ਼ਾਰ ਕਰੇਗਾ, ਯਾਦ ਹੈ ਉਸਨੂੰ, ਤੇ ਅੱਜ ਉਹ ਵੀ ਉਸੇ ਇੰਤਜ਼ਾਰ ਵਿੱਚ। ਉਹ ਅੱਜ ਵੀ ਉਸਨੂੰ ਚਾਹੁੰਦਾ ਹੈ ਤੇ ਉਸਨੂੰ ਅਪਣਾਉਣ ਲਈ ਤਿਆਰ ਹੈ। ਜੀਤੀ ਨੇ ਕਿਹਾ ਕਿ ਨਹੀਂ, ਹੁਣ ਉਹ ਉਸ ਨਾਲ ਨਹੀਂ ਰਹਿ ਸਕਦੀ। ਉਸਦੇ ਨਾਲ ਨੂਰ ਵੀ ਹੈ ਤੇ ਉਹ ਹੁਣ ਉਸਦੀ ਜ਼ਿੰਦਗੀ ਨਹੀਂ। ਉਹ ਆਪਣੇ ਬਾਪੂ ਜੀ ਦਾ ਕਿਹਾ ਅੱਜ ਵੀ ਨਹੀਂ ਮੋੜ ਸਕਦੀ। ਚੰਗਾ ਹੋਵੇਗਾ ਉਹ ਉਸਨੂੰ ਭੁੱਲ ਜਾਵੇ, ਆਪਣਾ ਘਰ ਵਸਾਵੇ ਤੇ ਉਹ ਆਪਣੇ ਬਾਪੂ ਦੇ ਵਚਨ ਤੇ ਅੱਜ ਵੀ ਬੰਨੀ ਹੋਈ ਹੈ। ਜੱਸੇ ਨੇ ਕਿਹਾ ਕਿ ਕੋਈ ਗੱਲ, ਉਹ ਫੇਰ ਵੀ ਉਸਦਾ ਇੰਤਜ਼ਾਰ ਕਰੇਗਾ। ਬਾਹਰ ਜੀਤੀ ਦਾ ਬਾਪੂ ਖੜਾ ਸਭ ਸੁਣ ਰਿਹਾ ਸੀ ਤੇ ਰੋ ਰਿਹਾ ਸੀ ਤੇ ਆਪਣੇ ਆਪ ਨੂੰ ਕੋਸ ਰਿਹਾ ਸੀ ਕਿ ਰੱਬ ਨੇ ਇੰਨੀ ਪਿਆਰੀ ਤੇ ਉਹਨਾਂ ਦੀ ਇੱਜ਼ਤ ਕਰਨ ਵਾਲੀ ਉਹਨਾਂ ਨੂੰ ਧੀ ਦਿੱਤੀ, ਪਰ ਉਹ ਆਪਣੀ ਇਹ ਜੱਸੇ ਨਾਲ ਰਹਿਣ ਦੀ ਇੱਛਾ ਨਹੀਂ ਪੂਰੀ ਕਰ ਪਾਈ, ਸਗੋਂ ਉਸਨੂੰ ਜਿੰਦਰ ਨਾਲ ਨਰਕ ਵਿੱਚ ਸੁੱਟ ਦਿੱਤਾ। ਜੀਤੀ ਕਮਰੇ ਵਿੱਚੋਂ ਉੱਠ ਬਾਹਰ ਆ ਗਈ। ਉਸਦੇ ਬਾਪੂ ਜੀ ਉਸਨੂੰ ਬਾਹਰ ਆਉਂਦੀ ਦੇਖ ਗੇਟ ਦੇ ਓਹਲੇ ਹੋ ਗਏ। ਫਿਰ ਬਿਨਾਂ ਇਹ ਦਿਖਾਏ ਕਿ ਉਹਨਾਂ ਨੇ ਜੱਸੇ ਤੇ ਉਸਦੀ ਗੱਲ ਸੁਣੀ, ਘਰ ਆ ਗਏ। ਉਹ ਜੀਤੀ ਦੇ ਫੈਸਲੇ ਤੇ ਹੀ ਖੜੇ ਸਨ। ਹੁਣ ਕੁਝ ਦਿਨ ਲੰਘੇ। ਜੀਤੀ ਉਸੇ ਤਰ੍ਹਾਂ ਚੁੱਪਚਾਪ ਰਹਿੰਦੀ ਸੀ ਤੇ ਗੁੰਮਸੁੰਮ ਜਿਹੇ ਦਿਨ ਲੰਘ ਰਹੇ ਸਨ। ਜੀਤੀ ਦੇ ਬਾਪੂ ਜੀ ਤੋਂ ਜੀਤੀ ਦੀ ਉਦਾਸੀ ਦੇਖੀ ਨਾ ਗਈ। ਖਿੜ-ਖਿੜ ਹੱਸਦੀ ਜੀਤੀ ਦੀ ਚੁੱਪੀ ਅੱਜ ਉਹਨਾਂ ਦਾ ਸੀਨਾ ਚੀਰ ਰਹੀ ਸੀ। ਅੱਜ ਉਸਦੇ ਬੇਬੇ ਤੇ ਬਾਪੂ ਨੇ ਉਸਦਾ ਦੂਜਾ ਵਿਆਹ ਕਰਨ ਦੀ ਸੋਚੀ। ਉਹਨਾਂ ਜੀਤੀ ਨਾਲ ਗੱਲ ਕੀਤੀ ਤਾਂ ਜੀਤੀ ਨੇ ਸਾਫ਼ ਜਵਾਬ ਦੇ ਦਿੱਤਾ
ਕਿ ਉਹ ਇਕੱਲੀ ਜ਼ਿੰਦਗੀ ਜੀਏਗੀ। ਉਸਦੇ ਵਿਆਹ ਦੇ ਸੁਪਨੇ ਤੇ ਚਾਅ ਸਭ ਮਰ ਚੁੱਕੇ ਨੇ। ਫਿਰ ਜੀਤੀ ਦੇ ਬਾਪੂ ਜੀ ਨੇ ਕਿਹਾ ਕਿ ਨਹੀਂ, ਉਹ ਆਪਣੀ ਗਲਤੀ ਸੁਧਾਰਨਾ ਚਾਹੁੰਦੇ ਹਨ ਤੇ ਉਸਦਾ ਜੱਸੇ ਨਾਲ ਪ੍ਰੇਮ ਵਿਵਾਹ ਕਰਾਉਣਾ ਚਾਹੁੰਦੇ ਹਨ ਤਾਂ ਜੋ ਮਰਨ ਤੋਂ ਬਾਅਦ ਸ਼ਾਂਤੀ ਨਾਲ ਮਰ ਸਕਣ। ਉਹਨਾਂ ਦੇ ਦਿਲ ਵਿੱਚ ਇਹ ਨਾ ਰਹੇ ਕਿ ਉਹਨਾਂ ਉਸਦੀ ਧੀ ਦੀਆਂ ਖੁਸ਼ੀਆਂ ਖਾ ਲਈਆਂ। ਬਾਪੂ ਜੀ ਨੇ ਕਿਹਾ ਕਿ ਉਹਨਾਂ ਜੀਤੀ ਦੇ ਜੱਸੇ ਦੀ ਗੱਲ ਸੁਣ ਲਈ ਸੀ ਕਿ ਉਹ ਅੱਜ ਵੀ ਉਸ ਨੂੰ ਅਪਣਾਉਣ ਲਈ ਤਿਆਰ ਹੈ ਤੇ ਉਹਨਾਂ ਤੋਂ ਇਹ ਕਿਵੇਂ ਭੁੱਲ ਹੋ ਗਈ ਕਿ ਉਹਨਾਂ ਦੀ ਧੀ ਦੇ ਫੈਸਲੇ ਤੇ ਉਹਨਾਂ ਨੇ ਸ਼ੱਕ ਹੋਇਆ, ਜਦ ਕਿ ਉਹਨਾਂ ਦੀ ਧੀ ਨੇ ਹਮੇਸ਼ਾ ਸਹੀ ਫੈਸਲਾ ਤੇ ਚੋਣ ਹੀ ਕੀਤੀ ਸੀ। ਜੱਸਾ ਵੀ ਉਸ ਵੱਲੋਂ ਚੁਣਿਆ ਸਹੀ ਹੀ ਸੀ। ਗਲਤ ਤਾਂ ਉਹ ਸਨ ਜੋ ਅਮੀਰੀ ਗਰੀਬੀ ਦੇ ਅੰਤਰ ਵਿੱਚ ਅੰਨੇ ਹੋ ਪੈਸਿਆਂ ਨਾਲ ਖੁਸ਼ੀਆਂ ਤੋਲਣ ਲੱਗੇ। ਪਰ ਹੁਣ ਉਹ ਜੱਸੇ ਨਾਲ ਉਸਦਾ ਵਿਆਹ ਕਰਵਾਉਣਾ ਚਾਹੁੰਦੇ ਹਨ ਤਾਂ ਜੀਤੀ ਨੇ ਕਿਹਾ ਕਿ ਨਹੀਂ, ਹੁਣ ਨਹੀਂ। ਤਾਂ ਉਸਦੇ ਬਾਪੂ ਜੀ ਨੇ ਫਿਰ ਆਪਣੀ ਪੱਗ ਲਾ ਕਿਹਾ ਕਿ ਧੀਏ, ਅੱਜ ਮੈਂ ਤੇਰੇ ਤੋਂ ਥੋਪੇ ਫੈਸਲੇ ਲਈ ਮਾਫੀ ਤੇ ਆਪਣੀ ਜ਼ਿੰਦਗੀ ਦੀ ਆਖਰੀ ਇੱਛਾ ਦੀ ਭੀਖ ਮੰਗ ਰਿਹਾ ਹਾਂ ਕਿ ਜੱਸੇ ਨਾਲ ਵਿਆਹ ਕਰਾ ਲੈ। ਜੀਤੀ ਆਪਣੇ ਬਾਪੂ ਜੀ ਅੱਗੇ ਫੇਰ ਹਾਰ ਗਈ ਤੇ ਵਿਆਹ ਲਈ ਮੰਨ ਗਈ। ਜੀਤੀ ਦੇ ਬਾਪੂ ਜੱਸੇ ਦੇ ਘਰ ਆਪ ਰਿਸ਼ਤਾ ਲੈ ਕੇ ਗਏ ਤੇ ਜੱਸੇ ਦੇ ਘਰ ਵਾਲੇ ਵੀ ਮੰਨ ਗਏ ਤੇ ਨੂਰ ਨੂੰ ਅਪਣਾਉਣ ਲਈ ਵੀ ਰਾਜੀ ਹੋ ਗਏ। ਮਹੀਨੇ ਭਰ ਵਿੱਚ ਹੀ ਵਿਆਹ ਰੱਖਿਆ ਗਿਆ। ਪੂਰੇ ਚਾਵਾਂ ਨਾਲ ਤੇ ਗੱਜ ਵੱਜ ਕੇ ਵਿਆਹ ਕੀਤਾ ਗਿਆ। ਅੱਜ ਜੱਸਾ ਉਸੇ ਤਰ੍ਹਾਂ ਘੋੜੀ ਚੜ੍ਹ ਜੀਤੀ ਨੂੰ ਲੈਣ ਆਇਆ ਜੋ ਜੀਤੀ ਦੇ ਬਚਪਨ ਵਿੱਚ ਸੁਪਨਿਆਂ ਵਿੱਚ ਰਾਜਕੁਮਾਰ ਆਉਂਦਾ ਸੀ। ਵਿਆਹ ਦਾ ਮੰਡਪ ਵੀ ਉਸਦੇ ਸੁਪਨਿਆਂ ਦੀ ਤਰ੍ਹਾਂ ਹੀ ਸਜਾਇਆ ਗਿਆ ਤੇ ਉਸ ਨੂੰ ਇੰਜ ਲੱਗਾ ਕਿ ਜਿਵੇਂ ਪਰੀਆਂ ਨੇ ਉਸ ਨੂੰ ਖੁਦ ਸਜਾਇਆ ਹੋਵੇ। ਉਸਦੇ ਬਚਪਨ ਦਾ ਸੁਪਨਾ ਵਿਆਹ ਦਾ ਪ੍ਰੇਮ ਵਿਵਾਹ ਹੋ ਗਿਆ ਸੀ। ਧੰਨਵਾਦ।